ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਐਸਜੀਪੀਸੀ ਦੇ ਵੱਲੋਂ ਯਤਨ ਤੇਜ਼ ਕਰ ਦਿੱਤੇ ਗਏ ਨੇ। ਉਹਨਾਂ ਦੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਕਿਹਾ ਗਿਆ ਕਿ ਹੁਣ ਕਾਨੂੰਨੀ ਮਾਹਿਰਾਂ ਦੀ ਸਲਾਹ ਲਈ ਜਾਵੇਗੀ। तमाम ਗੱਲਾਂ ਦੇ ਵਿੱਚ ਉਹਨਾਂ ਤੋਂ ਸਵਾਲ ਇਹ ਵੀ ਪੁੱਛਿਆ ਗਿਆ ਕਿ 10 ਸਾਲ ਜਦੋਂ ਸਰਕਾਰ ਸੀ ਅਕਾਲੀ ਦਲ ਦੀ ਉਦੋਂ ਕਿਉਂ ਨਾ ਯਾਦ ਆਇਆ ਨਾਲ ਭਾਈਵਾਲ ਸੀ। ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਦੇ ਵੱਲੋਂ ਵੀ ਵੱਡਾ ਐਲਾਨ ਕਰ ਦਿੱਤਾ ਗਿਆ ਕਿ ਉਹਨਾਂ ਨੇ ਕਿਹਾ ਕਿ 5 ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਅਸੀਂ ਚੰਡੀਗੜ੍ਹ ਦੇ ਵਿੱਚ ਇੱਕ ਵੱਡਾ ਮੋਰਚਾ ਲਾਵਾਂਗੇ। 14.5 ਲੱਖ ਟਿਊਬਵੈੱਲ ਦੇ ਨਾਲ ਧਰਤੀ ਦੀ ਹਿੱਕ ਚੋਂ ਪਾਣੀ ਕੱਢ ਰਿਹਾ ਹੈ। ਜਿਹਦੇ ਕੋਲ ਪਾਣੀ ਹੋਵੇ ਉਹ ਪਾਣੀ ਨੂੰ ਤਰਸ ਰਿਹਾ, ਜਿਹਦਾ ਨਾ ਹੀ ਪੰਜਾਬ ਹੋਵੇ। ਇਹ ਗੱਲ ਕੱਲ ਲੱਖੋਵਾਲ ਸਾਹਿਬ ਨੇ ਵੀ ਕਹਿਤੀ ਹੈ, ਰਾਜੇਵਾਲ ਹੋਰਾਂ ਨੇ ਵੀ ਕਹਿਤੀ ਹੈ। ਉਹ ਕਹਿੰਦੇ ਵੀ 15 ਜੋ ਸਭ ਦੂਜੇ ਪਾਸੇ ਅਜਮੇਰ ਸਿੰਘ ਲੱਖੋਵਾਲ ਦੇ ਵੱਲੋਂ ਵੀ ਐਸਵਾਈਐਲ ਦੇ ਮੁੱਦੇ ਤੇ ਵੱਡਾ ਬਿਆਨ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਜੋ ਸੁਪਰੀਮ ਕੋਰਟ ਦੇ ਵੱਲੋਂ ਜੋ ਹੁਕਮ ਜਾਰੀ ਕੀਤੇ ਗਏ ਨੇ ਉਹਦੇ ਉੱਤੇ ਐਸਵਾਈਐਲ ਦਾ ਸਮਝੌਤਾ ਹੋਵੇ। 2 ਬਿਲੀਅਨ ਏਕੜ ਫੁੱਟ ਪਾਣੀ ਘਟ ਗਿਆ ਤੇ ਉਹਦਾ ਖਮਿਆਜਾ ਕੱਲਾ ਪੰਜਾਬ ਭੁਗਤੇ। ਜੇ ਪੰਜਾਬ ਦੇ ਇਹ ਸਿਆਸਤਦਾਨਾਂ ਨੇ ਬੇਈਮਾਨਤਾ ਨਾ ਕੀਤੀ ਹੁੰਦੀ, ਕੁਰਸੀਆਂ ਨੂੰ ਨਾ ਚਿੰਬੜੇ ਰਹਿੰਦੇ, ਪਾਣੀਆਂ ਤੇ ਲੜਾਈ ਲੜਦੇ, ਤਾਂ ਸਾਨੂੰ ਟਿਊਬਵੈੱਲ ਲਾਉਣ ਦੀ ਜ਼ਰੂਰਤ ਹੀ ਨਹੀਂ ਸੀ। ਜਿੱਥੇ ਕਿਤੇ ਰੈੱਡ ਐਂਟਰੀ ਪਾਇਆ ਜਾਵੇ, ਬਹੁਤ ਵੱਡੀ ਬਲਾ ਆ ਇਹ। ਨਾ ਤੁਸੀਂ ਜ਼ਮੀਨ ਵੇਚ ਸਕਦੇ ਹੋ, ਨਾ ਉੱਤੇ ਕਰਜ਼ਾ ਲਿਆ ਜਾ ਸਕਦਾ, ਨਾ ਲਿਮਟ ਬਣ ਸਕਦੀ ਹੈ, ਨਾ ਕੋਈ ਹੋਰ ਫਾਇਦਾ। ਸਭ ਤੋਂ ਵੱਡੀ ਗੱਲ ਤਾਂ ਦਸਤਾਰ ਲਾਉਣਾ ਹੈ ਜੀ। ਤੇ ਜਿਹੜੀ 4 ਦਿਨ ਪਹਿਲਾਂ ਜਥੇਦਾਰ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਚਿੰਤਾ ਜ਼ਾਹਰ ਕੀਤੀ ਹੈ ਜੀ, ਉਹ ਇੱਕ ਵੱਡੀ ਚਿੰਤਾ ਹੈ। ਆਮ ਤੌਰ ਤੇ ਜਥੇਦਾਰ ਸਾਹਿਬ ਔਰ ਉਦੋਂ ਬੋਲਦੇ ਜਦੋਂ ਉਹਨਾਂ ਨੇ ਕਹਿਣਾ ਕਿ ਜਥੇਦਾਰੀ ਦਾ ਕੋਈ ਵਿਧੀ ਵਿਧਾਨ ਹੀ ਨਹੀਂ ਹੈਗਾ, ਪਤਾ ਹੀ ਨਹੀਂ ਕਦੋਂ ਰੱਖਿਆ ਜਾਂਦਾ ਹੈ। ਤੇ ਪੁਰਾਣਾ ਇਤਿਹਾਸ ਇਹ ਦੱਸਦਾ ਜਦੋਂ ਜਥੇਦਾਰ ਨੂੰ ਲਿਆਉਂਦੇ ਨੇ, ਹਾਥੀ ਤੇ ਚੜਾ ਕੇ ਲਿਆਉਂਦੇ ਨੇ, ਜਾਣ ਵੇਲੇ ਉਹਨੂੰ ਕੋਈ ਚੀਜ਼ ਵੀ ਨਹੀਂ ਮਿਲਦੀ, ਰਿਕਸ਼ਾ ਵੀ ਨਹੀਂ ਮਿਲਦਾ। ਗੁਰੂਆਂ ਦੀਆਂ ਗੋਲਕਾਂ ਪ੍ਰਧਾਨਗੀਆਂ ਦੇ ਮਾਮਲੇ ਵਿੱਚ ਮਾਨ ਮਰਿਆਦਾ ਖਤਮ ਕਰਕੇ ਸਿੱਕੇ ਤੇ ਟੰਗ ਕੇ ਇਹਨਾਂ ਲੋਕਾਂ ਨੇ ਕਿਰਪਾਨਾਂ ਵੀ ਚਲਾਈਆਂ ਤੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇੱਕ ਦੂਜੇ ਦੀਆਂ ਦਸਤਾਰਾਂ ਵੀ ਲਾਈਆਂ ਨੇ। ਸਾਧੂ ਸਿੰਘ ਧਰਮਸੋਤ ਵੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਭਾਜਪਾ ਵਾਲਾ ਸਰੋਪਾ ਪਵਾ ਕੇ ਆ ਜਾਵੇ। ਬੀਜੇਪੀ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਪੰਜਾਬ ਦੇ ਵਿੱਚ 2024 ਦੇ ਵਿੱਚ ਜਿਹੜੀ ਦੂਜੀਆਂ ਪਾਰਟੀਆਂ ਨੂੰ ਟੱਕਰ ਦੇਣ 'ਚ ਕਾਮਯਾਬ ਹੋਵੇਗੀ। ਆਮ ਆਦਮੀ ਪਾਰਟੀ ਲਈ ਜਿਹੜੇ 14 ਤੋਂ ਲੈ ਕੇ ਹੁਣ ਤੱਕ ਲੜਦੇ ਰਹੇ 22 ਤੱਕ, ਉਹਨਾਂ ਨੂੰ ਛੱਡ ਕੇ ਲਿਆ ਕੇ ਦੂਜੀਆਂ ਪਾਰਟੀਆਂ 'ਚੋਂ ਤੁਸੀਂ ਬੰਦਿਆਂ ਨੂੰ ਟਿਕਟਾਂ ਦੇ ਦਿੱਤੀਆਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਹਾਂ ਮਨਦੀਪ ਸਿੰਘ ਬੱਲੋਪੁਰ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਪ੍ਰਮੁੱਖ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਹਰ ਵਾਰ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ D5 ਚੈਨਲ ਪੰਜਾਬੀ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲਈਏ। ਢਿੱਲੋਂ ਸਾਹਿਬ, ਤੁਹਾਡਾ ਬਹੁਤ ਸਵਾਗਤ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਢਿੱਲੋਂ ਸਾਹਿਬ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਐਸਜੀਪੀਸੀ ਦੇ ਵੱਲੋਂ ਯਤਨ ਤੇਜ਼ ਕਰ ਦਿੱਤੇ ਗਏ ਨੇ। ਉਹਨਾਂ ਦੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਕਿਹਾ ਗਿਆ ਕਿ ਹੁਣ ਕਾਨੂੰਨੀ ਮਾਹਿਰਾਂ ਦੀ ਸਲਾਹ ਲਈ ਜਾਵੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਜੀ ਨੇ ਅੱਜ ਇੱਕ ਮੀਟਿੰਗ ਕੀਤੀ ਹੈ। ਜਦੋਂ ਬਹੁਤ ਕੁਝ ਵਾਪਰ ਗਿਆ, ਹਾਲਾਂਕਿ ਉਹਨਾਂ ਨੇ ਆਪਣੇ ਪੱਖ ਦੇ ਵਿੱਚ ਰੱਖਿਆ ਕਿ ਸਮੇਂ-ਸਮੇਂ ਸਿਰ ਅਸੀਂ ਜੀ ਬੰਦੀ ਸਿੰਘਾਂ ਦੀ ਰਿਹਾਈ ਸੰਬੰਧ ਵਿੱਚ ਕੰਮ ਕਰਦੇ ਰਹੇ ਹਾਂ। ਉਹਨਾਂ ਨੇ ਕਿਹਾ ਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਜਦੋਂ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਆਏ, ਕਈ ਹੋਰਾਂ ਦੀ ਗੱਲ ਵੀ ਕੀਤੀ। ਉਹ ਕਹਿੰਦੇ ਅਸੀਂ ਤਾਂ ਰਾਜੋਆਣਾ ਸਾਹਿਬ ਦੀ ਮਾਮਲੇ ਦੇ ਵਿੱਚ ਵੀ ਕੁਝ ਕਰਨਾ ਚਾਹੁੰਦੇ ਸਨ, ਪਰ ਉਹਨਾਂ ਨੇ ਆਪਾਂ ਹੀ ਅਪੀਲ ਨਹੀਂ ਪਾਈ। ਤਮਾਮ ਗੱਲਾਂ ਦੇ ਵਿੱਚ ਉਹਨਾਂ ਤੋਂ ਸਵਾਲ ਇਹ ਵੀ ਪੁੱਛਿਆ ਗਿਆ ਕਿ 10 ਸਾਲ ਜਦੋਂ ਸਰਕਾਰ ਸੀ ਅਕਾਲੀ ਦਲ ਦੀ ਉਦੋਂ ਕਿਉਂ ਨਾ ਯਾਦ ਆਇਆ ਨਾਲ ਭਾਈਵਾਲ ਸੀ। ਚਲੋ, ਸਵਾਲ ਇਸ ਤਰ੍ਹਾਂ ਦੇ ਪੱਤਰਕਾਰਾਂ ਨੇ ਪੁੱਛਣੇ ਹੀ ਹੁੰਦੇ ਨੇ ਜੀ। ਲੇਕਿਨ ਉਹਨਾਂ ਨੇ ਅੱਜ ਕਿਹਾ ਕਿ ਅਸੀਂ ਬਹੁਤ ਸਾਰੇ ਸੀਨੀਅਰ ਵਕੀਲਾਂ ਦੇ ਨਾਲ ਰਾਏ ਕਰ ਰਹੇ ਹਾਂ। ਚਲੋ ਜੀ, ਸ਼੍ਰੋਮਣੀ ਕਮੇਟੀ ਨੇ ਆਪਣੇ ਆਪ 'ਚ ਬਦਲਾਅ ਕੀਤਾ ਹੈ ਤੇ ਇਸ ਮਾਮਲੇ ਦੇ ਵਿੱਚ ਬਹੁਤ ਸਾਰੇ ਸੀਨੀਅਰ ਵਕੀਲ ਜਿਹੜੇ ਬੜੇ ਨਾਮਵਾਰ ਨੇ, ਉਹਨਾਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਪ੍ਰਧਾਨ ਸਾਹਿਬ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਸਾਬਕਾ ਜਨਰਲ ਸਕੱਤਰ ਇਹ ਵੀ ਐਡਵੋਕੇਟ ਨੇ ਭਗਵੰਤ ਸਿੰਘ ਸਿਆਲਕਾ, ਕੁਲਵੰਤ ਸਿੰਘ ਮੰਨਨ, ਚਰਨਜੀਤ ਸਿੰਘ ਕਾਲੇਕਾ, ਜਿਹੜੇ ਸੀਨੀਅਰ ਵਕੀਲ ਅੱਜ ਉੱਥੇ ਆਏ ਹੋਏ ਸਨ। ਉਹਨਾਂ ਦੇ ਵਿੱਚ
ਸ਼੍ਰੀ GS ਬੱਲ, ਪੂਰਨ ਸਿੰਘ ਹੁੰਦਲ, ਰਾਜਵਿੰਦਰ ਸਿੰਘ ਬੈਂਸ, ਗੁਰਿੰਦਰ ਸਿੰਘ ਪੂਨੀਆ, ਗੁਰਮੰਦਰ ਸਿੰਘ, ਪਰਮਜੀਤ ਸਿੰਘ ਥਿਆੜਾ, ਨਵਕਿਰਨ ਸਿੰਘ, ਪਨੀਤ ਕੌਰ ਸੇਖੋਂ, ਪਰਮਜੀਤ ਸਿੰਘ ਬਰਾੜ, ਜਸਪਾਲ ਸਿੰਘ ਮੰਝਪੁਰ, ਅਮਰ ਸਿੰਘ ਚਾਹਲ, ਬਰਜਿੰਦਰ ਸਿੰਘ ਸੋਢੀ ਪਟਿਆਲਾ, BS ਢਿੱਲੋਂ, ਸ਼੍ਰੋਮਣੀ ਕਮੇਟੀ ਦੇ ਵਿਧਾਇਕ ਸਕੱਤਰ ਸੁਖਮੰਦਰ ਸਿੰਘ, ਮੀਤ ਸਕੱਤਰ ਲਖਵੀਰ ਸਿੰਘ ਆਦਿ ਮੌਜੂਦ ਸਨ। ਜੀ, ਜੇ ਸ਼੍ਰੋਮਣੀ ਕਮੇਟੀ ਨੇ ਕਦਮ ਚੁੱਕਿਆ ਤੇ ਇਹਨਾਂ ਸੀਨੀਅਰ ਵਕੀਲਾਂ ਨੂੰ ਸੱਦਾ ਪੱਤਰ ਦਿੱਤਾ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਭਾਵੇਂ ਦੇਰ ਆਏ ਦਰੁਸਤ ਆਏ, ਉਹ ਇਸ ਪਾਸੇ ਵੱਲ ਤੁਰਨ ਲੱਗੇ ਨੇ। ਇਹ ਚੰਗਾ ਕਦਮ ਹੈ। ਲੋਕਾਂ ਦੇ ਵਿੱਚ ਇੱਕ ਚਰਚਾ ਚੱਲਦੀ ਹੈ ਕਿ ਜਿਹੜੀ ਸਿਆਸੀ ਧਿਰ ਇਹਨਾਂ ਤੇ ਕਾਬਜ਼ ਹੋਈ ਬੈਠੀ ਹੈ, ਇਹਨਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਬੰਧ ਵਿੱਚ ਉਹ ਖੁਦ ਹੀ ਗੰਭੀਰ ਨਹੀਂ ਸਨ। ਜੀ, ਤਰ੍ਹਾਂ ਤਰ੍ਹਾਂ ਦੇ ਸਵਾਲ ਉੱਠਦੇ ਆ, ਦੋਸ਼ ਵੀ ਲੱਗਦੇ ਆ, ਪਰ ਜੇ ਇਸ ਸਟੇਜ ਤੇ ਆ ਕੇ ਇਹਨਾਂ ਸੀਨੀਅਰ ਵਕੀਲਾਂ ਨਾਲ ਰਾਏ ਕਰਨੀ, ਕਾਨੂੰਨੀ ਲੜਾਈ ਕਿਵੇਂ ਲੜਨੀ ਹੈ, ਮੇਰਾ ਖਿਆਲ ਇਹ ਇੱਕ ਚੰਗਾ ਕਦਮ ਹੈ। ਇਹਦਾ ਹਾਂ ਪੱਖੀ ਹੁੰਗਾਰਾ ਮਿਲਣਾ ਚਾਹੀਦਾ ਹੈ। ਜੀ ਜੀ। ਤੇ ਢਿੱਲੋਂ ਸਾਹਿਬ, ਦੂਜੇ ਪਾਸੇ ਪੰਜਾਬ ਦੇ ਵਿੱਚ ਪਾਣੀ ਦਾ ਮਸਲਾ ਮੁੜ ਗੰਭੀਰ ਬਣਦਾ ਜਾ ਰਿਹਾ ਹੈ ਤੇ ਹੁਣ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਦੇ ਵੱਲੋਂ ਵੀ ਵੱਡਾ ਐਲਾਨ ਕਰ ਦਿੱਤਾ ਗਿਆ ਕਿ ਉਹਨਾਂ ਨੇ ਕਿਹਾ ਕਿ 5 ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਅਸੀਂ ਚੰਡੀਗੜ੍ਹ ਦੇ ਵਿੱਚ ਇੱਕ ਵੱਡਾ ਮੋਰਚਾ ਲਾਵਾਂਗੇ, ਜਿਸ ਦੇ ਵਿੱਚ ਸਰਕਾਰ ਨੂੰ ਜੋ ਕੇਂਦਰ ਦੇ ਵੱਲੋਂ ਪੰਜਾਬ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਉਸ ਦੇ ਪ੍ਰਤੀ ਅਸੀਂ ਸੁਚੇਤ ਕਰਾਂਗੇ। ਦੇਖੋ, ਦੋ ਆਗੂ ਸਭ ਤੋਂ ਵੱਡੇ ਸੀ ਕਿਸਾਨ ਯੂਨੀਅਨ ਦੀ ਵਿੱਚ। ਜੀ, ਇੱਕ ਬਲਵੀਰ ਸਿੰਘ ਰਾਜੇਵਾਲ, ਦੂਜਾ ਅਜਮੇਰ ਸਿੰਘ ਲੱਖੋਵਾਲ। ਜੀ, ਅਜਮੇਰ ਸਿੰਘ ਲੱਖੋਵਾਲ ਸਿਆਸੀ ਪਹਿਲਾਂ ਬਣ ਗਏ, ਅਕਾਲੀ ਭਾਜਪਾ ਸਰਕਾਰ ਦੇ ਵਿੱਚੋਂ ਲੰਬਾ ਸਮਾਂ ਮੰਡੀ ਬੋਰਡ ਦੇ ਚੇਅਰਮੈਨ ਰਹੇ। ਚੋਣ ਲੜਨ ਵਾਸਤੇ ਰਾਜੇਵਾਲ ਸਾਹਿਬ ਹੁਣ ਤੁਰ ਪਏ, ਮੋਰਚਾ ਜਿੱਤ ਲਿਆ। ਅੱਧੇ ਅਧੂਰੇ ਦੇ ਵਿੱਚ ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਤੇ ਹੁਣ ਉਹ ਕਹਿੰਦੇ ਕਿ ਮੈਨੂੰ ਸਿਆਸੀ ਆਗੂਆਂ ਨੇ ਮਤਲਬ ਇੱਕ ਕਿਸਮ ਦਾ ਪਾਨ ਦੇ ਕੇ ਇਹ ਚੋਣ ਲੜਾਉਣ ਦਾ ਯਤਨ ਕੀਤਾ। ਜ਼ਮਾਨਤਾਂ ਵੀ ਜ਼ਬਤ ਹੋ ਗਈਆਂ, ਉਹ ਗੱਲ ਵੀ ਨਾ ਰਹੀ। ਸੋ ਰਾਜੇਵਾਲ ਸਾਹਿਬ ਨੇ ਕਿਹਾ ਕਿ ਚੰਡੀਗੜ੍ਹ ਦੇ ਵਿੱਚ ਉਹਨਾਂ ਦੀਆਂ 5 ਜਥੇਬੰਦੀਆਂ ਉਹ ਸਾਰਾ ਕੰਮ ਕਰਨਗੀਆਂ। ਸੁਪਰੀਮ ਕੋਰਟ ਨੂੰ ਬੇਨਤੀ ਹੈ, ਉਹਨਾਂ ਨੂੰ ਮਿਲਾਂਗੇ ਵੀ, ਕਿ ਰਾਪੇਰੀਅਨ ਸਿਧਾਂਤ ਦੇ ਆਧਾਰ ਤੇ ਪਾਣੀਆਂ ਦੇ ਮਸਲੇ ਦਾ ਹੱਲ ਕੀਤਾ ਜਾਵੇ। ਇਹ ਮਸਲਾ ਆਪਣੇ ਆਪ ਦੇ ਵਿੱਚ ਬਹੁਤ ਗੰਭੀਰਤਾ ਵਾਲਾ ਹੈ। ਇਸ ਸੰਬੰਧ ਵਿੱਚ ਉਹਨਾਂ ਨੂੰ ਚਾਹੀਦਾ ਹੈ ਕਿ ਇੱਕ ਤਰਫਾ ਨਾ ਕੀਤਾ ਜਾਵੇ। ਪਹਿਲਾਂ ਬਹੁਤ ਕੁਝ ਇੱਕ ਤਰਫਾ ਸਿਆਸੀ ਧਿਰਾਂ ਤੋਂ ਹੋ ਗਿਆ, ਨੁਕਸਾਨ ਪੰਜਾਬ ਦਾ ਹੋਇਆ। ਪੰਜਾਬ 14.5 ਲੱਖ ਟਿਊਬਵੈੱਲ ਦੇ ਨਾਲ ਧਰਤੀ ਦੀ ਹਿੱਕ ਚੋਂ ਪਾਣੀ ਕੱਢ ਰਿਹਾ ਹੈ। ਜਿਹਦੇ ਕੋਲ ਪਾਣੀ ਹੋਵੇ ਉਹ ਪਾਣੀ ਨੂੰ ਤਰਸ ਰਿਹਾ, ਜਿਹਦਾ ਨਾ ਹੀ ਪੰਜਾਬ ਹੋਵੇ। ਇਹ ਗੱਲ ਕੱਲ ਲੱਖੋਵਾਲ ਸਾਹਿਬ ਨੇ ਵੀ ਕਹਿਤੀ ਹੈ, ਰਾਜੇਵਾਲ ਹੋਰਾਂ ਨੇ ਵੀ ਕਹਿਤੀ ਹੈ। ਉਹ ਕਹਿੰਦੇ ਵੀ 25 ਸਤੰਬਰ ਤੋਂ ਲੈ ਕੇ 15 ਅਕਤੂਬਰ ਤੱਕ ਅਸੀਂ 5-6 ਰੈਲੀਆਂ ਕਰਾਂਗੇ, ਜਿਹਦੇ ਵਿੱਚੋਂ ਚੌਂਕ ਮਹਿਤਾ, ਫਗਵਾੜਾ, ਨਾਭਾ, ਬਠਿੰਡਾ, ਤਲਵੰਡੀ ਭਾਈ। ਤੇ ਜਿਹੋ ਜਿਹਾ ਮੋਰਚਾ ਦਿੱਲੀ ਦੇ ਬਾਰਡਰਾਂ ਦੇ ਉੱਤੇ ਲੱਗਿਆ ਸੀ, ਅਗਲੇ ਦਿਨਾਂ ਦੇ ਵਿੱਚ ਉਹੋ ਜਿਹਾ ਮੋਰਚਾ ਅਸੀਂ ਚੰਡੀਗੜ੍ਹ ਦੇ ਵਿੱਚ ਲਾਉਣ ਜਾ ਰਹੇ ਹਾਂ। ਪਹਿਲਾਂ ਵੀ 1980 ਦੇ ਵਿੱਚ ਰਾਜੇਵਾਲ ਸਾਹਿਬ ਤੇ ਜਿਹੜੇ ਲੱਖੋਵਾਲ ਸਾਹਿਬ ਨੇ, ਇਹਨਾਂ ਨੇ ਚੰਡੀਗੜ੍ਹ 'ਚ ਮੋਰਚਾ ਲਾਇਆ ਸੀ। ਉਸ ਵੇਲੇ ਫਿਰ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਕੈਤ ਦੇ ਪਿਤਾ ਸਰਦਾਰ ਮਹਿੰਦਰ ਸਿੰਘ ਟਕੈਤ ਵੀ ਇੱਥੇ ਮੋਰਚੇ ਵਿੱਚ ਸ਼ਾਮਲ ਹੋਏ ਸਨ। ਜੀ ਜੀ। ਤੇ ਢਿੱਲੋਂ ਸਾਹਿਬ, ਦੂਜੇ ਪਾਸੇ ਅਜਮੇਰ ਸਿੰਘ ਲੱਖੋਵਾਲ ਦੇ ਵੱਲੋਂ ਵੀ SYL ਦੇ ਮੁੱਦੇ ਤੇ ਵੱਡਾ ਬਿਆਨ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਜੋ ਸੁਪਰੀਮ ਕੋਰਟ ਦੇ ਵੱਲੋਂ ਜੋ ਹੁਕਮ ਜਾਰੀ ਕੀਤੇ ਗਏ ਨੇ ਉਹਦੇ ਉੱਤੇ SYL ਦਾ ਸਮਝੌਤਾ ਹੋਵੇ। ਬਿਲਕੁਲ ਠੀਕ ਕਿਹਾ ਉਹਨਾਂ ਨੇ। ਜੀ, ਉਹੀ ਗੱਲ ਮੈਂ ਵਿੱਚ ਕਰਤੀ ਕਿ
ਸੁਪਰੀਮ ਕੋਰਟ ਨੇ ਜੋ ਕਿਹਾ ਕੇਂਦਰ ਸਰਕਾਰ ਨੂੰ, ਉਹਨੂੰ ਧਿਆਨ 'ਚ ਰੱਖਦਿਆਂ ਤੇ ਫਿਰ ਜਿਹੜਾ ਰਿਪੇਰੀਅਨ ਸਿਧਾਂਤ ਵਾਲਾ ਮਸਲਾ ਹੈ ਉਹਨੂੰ ਵੀ ਵਿੱਚ ਵਿਚਾਰਿਆ ਜਾਵੇ। ਮੈਂ ਇੱਥੇ ਦੱਸਣਾ ਚਾਹੁੰਦਾ ਕਿ ਜਦੋਂ ਪਾਣੀਆਂ ਦੀ ਵੰਡ ਹੋਈ ਸੀ 1977 ਦੇ ਵਿੱਚ, ਉਦੋਂ ਕੁੱਲ ਪਾਣੀ 28.3 ਮਿਲੀਅਨ ਏਕੜ ਫੁੱਟ ਸੀ। ਆ 2 ਦਿਨ ਪਹਿਲਾਂ ਸਰਦਾਰ ਜਗਮੀਤ ਸਿੰਘ ਬਰਾੜ ਹੋਰਾਂ ਨੇ ਨਵੇਂ ਅੰਕੜੇ ਮਾਹਰਾਂ ਦੇ ਹਵਾਲੇ ਤੋਂ ਪੇਸ਼ ਕੀਤੇ ਨੇ ਕਿ ਇਸ ਵੇਲੇ ਪਾਣੀਓਂ 26.2 ਮਿਲੀਅਨ ਏਕੜ ਫੁੱਟ ਰਹਿ ਗਿਆ। 2 ਮਿਲੀਅਨ ਏਕੜ ਫੁੱਟ ਪਾਣੀ ਘਟ ਗਿਆ ਤੇ ਉਹਦਾ ਖਮਿਆਜਾ ਇਕੱਲਾ ਪੰਜਾਬ ਭੁਗਤੇ। ਜੇ ਪੰਜਾਬ ਦੇ ਇਹ ਸਿਆਸਤਦਾਨਾਂ ਨੇ ਬੇਈਮਾਨਤਾ ਨਾ ਕੀਤੀ ਹੁੰਦੀ, ਕੁਰਸੀਆਂ ਨੂੰ ਨਾ ਚਿੰਬੜੇ ਰਹਿੰਦੇ, ਪਾਣੀਆਂ ਤੇ ਲੜਾਈ ਲੜਦੇ, ਤਾਂ ਸਾਨੂੰ ਟਿਊਬਵੈੱਲ ਲਾਉਣ ਦੀ ਜ਼ਰੂਰਤ ਹੀ ਨਹੀਂ ਸੀ। ਨਹਿਰੀ ਪਾਣੀ ਸਿੰਜਾਈ ਹੋ ਜਾਂਦਾ ਤੇ ਇੰਨੀ ਬਿਜਲੀ ਪੈਦਾ ਕਰਨ ਦੀ ਵੀ ਜ਼ਰੂਰਤ ਨਹੀਂ ਸੀ। ਪਰ ਇਹ ਸਿਆਸਤਦਾਨ, ਇਹਨਾਂ ਦੀਆਂ ਕੁਰਸੀਆਂ ਵੱਲ ਮੂੰਹ ਤੇ ਪੰਜਾਬ ਵੱਲ ਪਿੱਠ ਹੈ, ਜਿਹਦੇ ਕਰਕੇ ਪੰਜਾਬ ਬਾਰ-ਬਾਰ ਸੁਪਰੀਮ ਕੋਰਟ ਤੱਕ ਆਪਣੀ ਸਿਆਸੀ ਲੜਾਈ ਹਾਰਦਾ ਗਿਆ। ਜੀ, ਤੇ ਢਿੱਲੋਂ ਸਾਹਿਬ, ਖੇਤੀ ਮਸ਼ੀਨਰੀ ਘੁਟਾਲੇ ਦੇ ਵਿੱਚ ਹੁਣ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਕਿ 4 ਫਰਮਾਂ ਨੂੰ ਬਲੈਕ ਲਿਸਟ ਕਰ ਦਿੱਤਾ ਗਿਆ। ਬਿਲਕੁਲ ਠੀਕ ਜੀ, ਪਿਛਲੇ ਸਮੇਂ ਤੋਂ ਚੱਲ ਰਿਹਾ। ਇਹ ਉਦੋਂ ਤੋਂ ਮਸਲਾ ਧਿਆਨ ਦੇ ਵਿੱਚ ਆਇਆ ਜਦੋਂ ਸਾਬਕਾ ਖੇਤੀ ਮੰਤਰੀ ਕਾਕਾ ਰਣਦੀਪ ਸਿੰਘ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਇੱਕ ਚਿੱਠੀ ਲਿਖਤੀ ਕਿ 1178 ਕਰੋੜ ਰੁਪਇਆ ਜਿਹੜਾ ਤੁਸੀਂ ਮਸ਼ੀਨਰੀ ਵਾਸਤੇ, ਪਰਾਲੀ ਨੂੰ ਸਾੜਨ ਤੋਂ ਬਚਾਉਣ ਵਾਸਤੇ ਭੇਜਿਆ ਸੀ ਜੀ, ਉਹਦੇ ਵਿੱਚ ਵੱਡਾ ਘਪਲਾ ਹੋ ਗਿਆ। ਸ਼ੁਰੂ ਹੋਇਆ ਤਾਂ ਪਤਾ ਲੱਗਿਆ ਕਿ 4 ਫਰਮਾਂ ਕਿਹੜੀਆਂ ਨੇ? ਮੈਸਰਜ ਸ਼ੇਖ ਫਰੀਦ ਐਗਰੀਕਲਚਰ ਵਰਕਸ ਫਰੀਦਕੋਟ, ਨਾਂ ਰੱਖਿਆ ਸ਼ੇਖ ਫਰੀਦ ਸਾਹਿਬ ਤੇ। ਜੀ, ਬਾਬਾ ਫਰੀਦ ਸਾਹਿਬ ਦਾ ਬਹੁਤ ਵੱਡਾ ਰੁਤਬਾ ਹੈ। ਉਹਨਾਂ ਦੇ ਜਿਹੜੇ ਦੋਹੇ ਨੇ ਉਹ ਗੁਰਬਾਣੀ ਦੇ ਵਿੱਚ ਸ਼ਮੂਲੀਅਤ ਨੇ। ਜਦੋਂ ਅਖੰਡ ਪਾਠ ਸਾਹਿਬ ਦਾ ਭੋਗ ਪੈਂਦਾ ਤਾਂ ਸਵੇਰੇ ਜੇ ਸਮੇਂ ਇਹ ਬਾਣੀ ਬਾਬਾ ਫਰੀਦ ਸਾਹਿਬ ਦੀ ਆਉਂਦੀ ਹੈ, ਉਦੋਂ ਫਿਰ ਇਹ ਦੋਹੇ ਪੜ੍ਹੇ ਜਾਂਦੇ ਨੇ। ਬੜੇ ਸਰਲ ਭਾਸ਼ਾ 'ਚ ਨੇ। ਜਿਵੇਂ ਉਹਨਾਂ ਨੇ ਲਿਖਿਆ, ਗਲੀਓਂ ਚੱਕੜ ਘਰ ਦੂਰ ਨਾਲ ਪਿਆਰੇ ਨੇਹ, ਰਾਹ ਤਾਂ ਭਿੱਜਿਆ ਕੰਬਲੀ, ਰਾਹਾਂ ਤਾਂ ਭਿੱਜਿਆ ਕੰਬਲੀ, ਮਤਲਬ ਰਾਹਾਂ ਤਾਂ ਟੁੱਟਾ, ਜਾਵਾਂ ਤਾਂ ਭਿੱਜਿਓ ਕੰਬਲੀ, ਰਾਹਾਂ ਤਾਂ ਟੁੱਟਾ ਨੇਹ। ਆਪੇ ਫਿਰ ਜਵਾਬ ਦਿੰਦੇ ਨੇ, ਭਿੱਜਿਓ ਸੱਜਿਓ ਕੰਬਲੀ, ਅੱਲਾ ਵਰਸਿਓ ਮੇਹ, ਜਾਏ ਮੇਰਾ ਤਨ ਸੱਜਣਾ ਟੁੱਟਾ ਨਹੀਂ ਨੇਹ। ਸੋ ਇਹ ਸਾਰਾ ਉਸ ਵੇਲੇ ਆਉਂਦਾ ਹੈ। ਉਹਨਾਂ ਨੇ ਕਾਫੀ ਕੁਝ ਬਿਆਨ ਕੀਤਾ। ਇੱਕ ਉਹਦੇ ਨਾਂ 'ਤੇ ਬਣਾਈ ਵੀ ਹੈ, ਬਾਬਾ ਜੀ ਦਾ ਨਾਂ ਤੇ ਕੰਮ ਕਿਹੋ ਜਿਹੇ। ਮੈਸਰਜ ਐਡਵਾਂਸ ਫਾਰਮਿੰਗ ਸੋਲੂਸ਼ਨ ਸਾਦਕ, ਮੈਸਰਜ ਕਿਸਾਨ ਐਗਰੋਟੈਕ ਫਰੀਦਕੋਟ, 2 ਫਰੀਦਕੋਟ ਦੀਆਂ ਹੋ ਗਈਆਂ। ਸਾਦਕ ਵੀ ਉੱਥੇ ਨੇੜੇ ਹੀ ਪੈਂਦਾ ਹੈ ਜੀ। ਮੈਸਰਜ ਗੁਰੂ ਨਾਨਕ ਐਗਰੋ ਏਜੰਸੀ ਸ਼੍ਰੀ ਮੁਕਤਸਰ ਸਾਹਿਬ। ਇਹਦੀ ਪੁਸ਼ਟੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪੰਜਾਬ ਖੇਤੀਬਾੜੀ ਵਿਭਾਗ ਦੇ ਨਿਰਦੇਸ਼ਕ ਡਾਕਟਰ ਗੁਰਵਿੰਦਰ ਸਿੰਘ ਨੇ ਕੀਤੀ ਹੈ। 228 ਫਰਮਾਂ ਰਜਿਸਟਰਡ ਨੇ। 150 ਕਰੋੜ ਦੇ ਲਗਭਗ ਕਹਿੰਦੇ ਘਪਲਾ ਹੋਇਆ ਹੈਗਾ। 90,422 ਮਸ਼ੀਨਾਂ ਕੁੱਲ ਦਿੱਤੀਆਂ ਗਈਆਂ, ਜਿਸ 'ਚੋਂ 83,986 ਖੇਤੀਬਾੜੀ ਵਿਭਾਗ ਤੇ ਬਾਕੀ ਸਹਿਕਾਰੀ ਸਭਾਵਾਂ ਨੂੰ ਦਿੱਤੀਆਂ ਗਈਆਂ। 15/8/22 ਤੱਕ 83,986 ਚੋਂ 79,325 ਦੀ ਫਿਜ਼ੀਕਲ ਵੈਰੀਫਿਕੇਸ਼ਨ ਹੋਈ ਤੇ 11,275 ਮਸ਼ੀਨਾਂ ਲਾਭਪਾਤਰੀਆਂ ਕੋਲੇ ਉਪਲਬਧ ਹੀ ਨਹੀਂ। ਸਭ ਤੋਂ ਵੱਧ ਫਰੀਦਕੋਟ ਦੀਆਂ ਨੇ, ਜਿੱਥੇ 23% ਉਪਲਬਧ ਨਹੀਂ। ਤੇ ਆ ਜਿਹੜੀ ਕਾਲੀ ਸੂਚੀ ਦੇ ਵਿੱਚ ਫਰਮਾਂ ਪਾਈਆਂ ਨੇ, ਉਹ ਵੀ ਤਾਂ ਫਰੀਦਕੋਟ ਨਾਲ ਹੀ ਸੰਬੰਧਿਤ ਦੱਸੀਆਂ ਜਾ ਰਹੀਆਂ ਨੇ। ਜੀ ਜੀ, ਤੇ ਢਿੱਲੋਂ ਸਾਹਿਬ, ਦੂਜੇ ਪਾਸੇ ਪਰਾਲੀ ਸਾੜਨ ਦੇ ਮਾਮਲੇ ਨੂੰ ਲੈ ਕੇ 4 ਕਿਸਾਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ। ਪਰਾਲੀ ਸਾੜਨ ਵਾਲਾ ਮਾਮਲਾ ਜਿਹੜਾ ਹੈ, ਅੱਜ ਵੱਡੇ ਪੱਧਰ ਦੇ ਉੱਤੇ ਇਹਦਾ ਗੱਲਬਾਤ ਹੋਈ ਹੈ। ਅੰਮ੍ਰਿਤਸਰ ਤੇ ਤਰਨਤਾਰਨ ਦਾ ਇਹ ਮਾਮਲਾ ਹੈ ਜੀ, ਜਿੱਥੇ 14 ਮਾਮਲੇ ਸਾਹਮਣੇ ਆਏ ਨੇ। ਇਸ ਦੇ ਵਿੱਚ 3 ਕਿਸਾਨਾਂ ਦੇ ਚਲਾਨ ਕੱਟ ਦਿੱਤੇ ਗਏ ਨੇ, ਜਦੋਂ ਕਿ ਇੱਕ ਦੀ ਰੈੱਡ ਐਂਟਰੀ ਪੈ ਗਈ ਹੈ
ਇਹ ਰੈੱਡ ਐਂਟਰੀ ਬਹੁਤ ਵੱਡਾ ਸਮੱਸਿਆ ਹੈ। ਜਿੱਥੇ ਕਿਤੇ ਰੈੱਡ ਐਂਟਰੀ ਪਾਇਆ ਜਾਵੇ ਬਹੁਤ ਵੱਡੀ ਬਲਾ ਆ ਇਹ। ਨਾ ਤੁਸੀਂ ਜ਼ਮੀਨ ਵੇਚ ਸਕਦੇ ਹੋ, ਨਾ ਉੱਤੇ ਕਰਜ਼ਾ ਲਿਆ ਜਾ ਸਕਦਾ, ਨਾ ਲਿਮਟ ਬਣ ਸਕਦੀ ਹੈ, ਨਾ ਕੋਈ ਹੋਰ ਫਾਇਦਾ। ਇਸ ਤੋਂ ਇਲਾਵਾ ਕੁਝ ਕਹਿੰਦੇ ਅਣਪਛਾਤੇ ਨੇ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਡਾਕਟਰ ਆਦਰਸ਼ਪਾਲ ਬਿੱਗ ਇਹ ਕਹਿੰਦੇ ਵੀ ਸਖਤ ਕਾਰਵਾਈ, 10,000 ਅਸੀਂ ਕਰਮਚਾਰੀ ਤੇ ਅਧਿਕਾਰੀ ਤਾਇਨਾਤ ਕਰਤੇ ਨੇ ਇਸ ਵਾਰ ਪੰਜਾਬ ਦੇ ਵਿੱਚ ਪਰਾਲੀ ਤੋਂ ਰੋਕਣ ਲਈ। ਹਾਲ ਤਾਂ ਪਰਾਲੀ ਆਉਣੀ ਹੈ ਜੀ, ਤੇ ਆ ਪਹਿਲੇ ਹੀ ਇਹਨਾਂ ਨੇ ਅੱਗ ਲਾ ਦਿੱਤੀ ਹੈ। ਜੇ ਇੱਥੇ ਸਖਤੀ ਕਰ ਦਿੱਤੀ ਗਈ ਤੇ ਫਿਰ ਬਾਕੀ ਥਾਵਾਂ ਤੇ ਸਖਤੀ ਹੋ ਜਾਵੇਗੀ। ਜਿਵੇਂ ਸਰਕਾਰ ਪਰਾਲੀ ਤੋਂ ਇਹਨੂੰ ਹੱਲ ਕਰਨ ਵਾਸਤੇ ਨਵੇਂ ਤਰ੍ਹਾਂ ਦੇ ਕੰਮ ਕਰ ਰਹੇ ਨੇ, ਇਹ ਆਪਣੇ ਆਪ ਦੇ ਵਿੱਚ ਕਾਫੀ ਵਧੀਆ ਗੱਲਬਾਤ ਮੰਨੀ ਜਾਵੇਗੀ ਜੀ। ਤੇ ਢਿੱਲੋਂ ਸਾਹਿਬ, ਜੇ ਪਰਾਲੀ ਨੂੰ ਰੋਕਣ ਦੇ ਲਈ ਸਰਕਾਰ ਦੇ ਵੱਲੋਂ ਯਤਨ ਕੀਤੇ ਜਾ ਰਹੇ ਨੇ, ਤੁਹਾਨੂੰ ਲੱਗਦਾ ਕਿ ਜ਼ਮੀਨੀ ਪੱਧਰ ਦੇ ਉੱਤੇ ਉਹ ਯਤਨ ਕੀਤੇ ਵੀ ਜਾ ਰਹੇ ਨੇ ਜਾਂ ਫਿਰ ਹਵਾਈ ਗੱਲਾਂ ਨੇ ਪਿਛਲੇ ਰਵਾਇਤੀ ਪਾਰਟੀ ਦੇ ਵਾਂਗ ਕੀ ਬਿਆਨ ਹੀ ਦਿੱਤੇ ਜਾ ਰਹੇ ਨੇ? ਕੁਝ ਕੰਮ ਸਰਕਾਰ ਨੇ ਸ਼ੁਰੂ ਕੀਤੇ ਨੇ ਜੀ, ਜਿਵੇਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਫੈਕਟਰੀ ਲਾਈ ਜਾ ਰਹੀ ਹੈ ਜੀ। ਉਹਦੇ ਵਿੱਚ ਕਹਿੰਦੇ ਆ ਕਿ 33.23 ਏਕੜ ਪਰਾਲੀ, ਕੁੱਲ 20 ਮਿਲੀਅਨ ਟਨ ਝੋਨੇ ਦੀ ਪਰਾਲੀ ਪੈਦਾ ਹੁੰਦੀ ਹੈ ਭਾਰਤ 'ਚ, ਨਾ ਪੰਜਾਬ 'ਚ ਜੀ। ਅਮਨ ਅਰੋੜਾ ਸਾਹਿਬ ਕਹਿੰਦੇ ਨੇ ਕਿ ਕੁੱਲ ਅਸੀਂ 42 CBG ਕੰਪਰੈਸਡ ਬਾਇਓਗੈਸ ਪਲਾਂਟ ਜੀ ਇਹ ਲਾਉਣ ਜਾ ਰਹੇ ਨੇ। ਇੱਕ ਪਲਾਂਟ ਦੇ ਵਿੱਚ 33.23 ਟਨ ਇੱਕ ਦਿਨ ਦੀ ਸਮਰੱਥਾ ਹੋਵੇਗੀ ਇਹਨੂੰ ਜਿਹੜਾ ਤਬਦੀਲ ਕਰਨ ਦਾ। ਜੀ, ਜਦੋਂ 42 ਲੱਗ ਗਈਆਂ ਤਾਂ 492.58 ਟਨ ਇੱਕ ਦਿਨ ਦੀ ਸਮਰੱਥਾ ਹੋ ਜਾਏਗੀ ਸਾਰੀਆਂ ਮਸ਼ੀਨਾਂ ਦੀ। ਹੋ ਸਕਦਾ ਅਗਲੇ ਸਾਲ ਤੋਂ ਪਹਿਲਾਂ ਇਹ ਕੰਮ ਕਰਨ ਲੱਗ ਜਾਣ, ਜਿਵੇਂ ਸੰਗਰੂਰ ਦੇ ਵਿੱਚ ਸ਼ੁਰੂ ਹੋ ਗਈ ਹੈ ਜੀ। ਇਹਦੇ ਨਾਲ 10 ਲੱਖ ਟਨ ਜੈਵਿਕ ਖਾਦ ਪੈਦਾ ਹੋਵੇਗੀ ਇਸ ਚੀਜ਼ ਤੋਂ। ਜਦੋਂ 10 ਲੱਖ ਟਨ ਖਾਦ ਪੈਦਾ ਹੋਗੀ, 20 ਲੱਖ ਟਨ ਤਾਂ ਟੋਟਲ ਹੈ। ਬਿਲਕੁਲ ਜੀ। ਉਹਦੇ ਵਿੱਚ 15,000 ਦੇ ਕਰੀਬ ਹੁਨਰਮੰਦ ਤੇ ਗੈਰ ਹੁਨਰਮੰਦ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇਗਾ ਜੀ। ਜੇ ਸਰਕਾਰ ਇਹਨੂੰ ਕਾਮਯਾਬ ਕਰ ਜਾਂਦੀ ਹੈ ਤਾਂ ਮੈਂ ਸਭ ਦਾ ਬਹੁਤ ਵੱਡੀ ਗੱਲਬਾਤ ਹੈ। 2000 ਕਰੋੜ ਦਾ ਇਹਦੇ ਤੇ ਨਿਵੇਸ਼ ਆਉਣ ਦੀ ਉਮੀਦ ਹੈ ਜੀ। ਤੇ ਸੰਗਰੂਰ ਜ਼ਿਲ੍ਹੇ ਦੇ ਭਟਾਲ ਕਲਾਂ ਵਿੱਚ ਇਹ ਸਭ ਤੋਂ ਵੱਡੇ ਪਲਾਂਟ ਦਾ ਜਿਹੜਾ ਚੱਲ ਰਿਹਾ ਉੱਥੇ ਉਹਨਾਂ ਨੇ ਅਮਨ ਅਰੋੜਾ ਸਾਹਿਬ ਨੇ ਦੌਰਾ ਵੀ ਕੀਤਾ ਜੀ ਜੀ। ਤੇ ਢਿੱਲੋਂ ਸਾਹਿਬ, ਦੂਜੇ ਪਾਸੇ ਫਰੀਦਕੋਟ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਦਸਤਾਰਾਂ ਲਾਈਆਂ ਗਈਆਂ ਨੇ ਤੇ ਕਿਰਪਾਨਾਂ ਵੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਅੰਦਰ ਚਲਾਈਆਂ ਗਈਆਂ ਨੇ। ਸਭ ਤੋਂ ਵੱਡੀ ਗੱਲ ਤਾਂ ਦਸਤਾਰ ਲਾਉਣਾ ਹੈ ਜੀ। ਤੇ ਜਿਹੜੀ 4 ਦਿਨ ਪਹਿਲਾਂ ਜਥੇਦਾਰ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਚਿੰਤਾ ਜ਼ਾਹਰ ਕੀਤੀ ਹੈ ਜੀ, ਉਹ ਇੱਕ ਵੱਡੀ ਚਿੰਤਾ ਹੈ। ਗੋਲਕਾਂ ਦੀ ਚੌਧਰ ਵਾਲੀ। ਹਾਂ ਜੀ, ਤੁਹਾਨੂੰ ਯਾਦ ਹੋਵੇਗਾ ਕਿ ਉਸ ਦਿਨ ਆਪਾਂ ਕੀਤੀ ਸੀ ਕਿ ਕਿਤੇ ਜਥੇਦਾਰ ਸਾਹਿਬ ਦੀ ਕੁਰਸੀ ਤਾਂ ਨਹੀਂ ਹਿੱਲ ਰਹੀ। ਜੀ, ਆਪਾਂ ਇਹ ਕਈ ਦਿਨ ਪਹਿਲਾਂ ਕਰਤੀ ਸੀ, ਸਾਰੇ ਚੈਨਲ ਇਹ ਗੱਲ ਕਰਨ ਲੱਗ ਗਏ ਨੇ ਕਿ ਆਮ ਤੌਰ ਤੇ ਜਥੇਦਾਰ ਸਾਹਿਬਾਨ ਉਦੋਂ ਬੋਲਦੇ ਜਦੋਂ ਉਹਨਾਂ ਨੇ ਕਹਿਣਾ ਕਿ ਜਥੇਦਾਰੀ ਦਾ ਕੋਈ ਵਿਧੀ ਵਿਧਾਨ ਹੀ ਨਹੀਂ ਹੈਗਾ, ਪਤਾ ਹੀ ਨਹੀਂ ਕਦੋਂ ਰੱਖਿਆ ਜਾਂਦਾ ਹੈ। ਤੇ ਪੁਰਾਣਾ ਇਤਿਹਾਸ ਇਹ ਦੱਸਦਾ ਜਦੋਂ ਜਥੇਦਾਰ ਨੂੰ ਲਿਆਉਂਦੇ ਨੇ, ਹਾਥੀ ਤੇ ਚੜਾ ਕੇ ਲਿਆਉਂਦੇ ਨੇ, ਜਾਣ ਵੇਲੇ ਉਹਨੂੰ ਕੋਈ ਚੀਜ਼ ਵੀ ਨਹੀਂ ਮਿਲਦੀ, ਰਿਕਸ਼ਾ ਵੀ ਨਹੀਂ ਮਿਲਦਾ ਜੀ, ਕਿ ਉਹ ਆਪਦਾ ਸਮਾਨ ਚੱਕ ਕੇ ਲੈ ਜਾਵੇ। ਸੋ ਇਹ ਜਿਹੜਾ ਹੋਇਆ, ਜਿਹੜੀ ਜੱਦਰ ਸਾਹਿਬ ਨੇ ਚਿੰਤਾ ਜ਼ਾਹਰ ਕੀਤੀ ਹੈ, ਉਹਦੇ ਵਿੱਚ ਵੀ ਗੁਰੂਆਂ ਦੀਆਂ ਗੋਲਕਾਂ, ਪ੍ਰਧਾਨਗੀਆਂ ਦੇ ਮਾਮਲੇ ਵਿੱਚ ਮਾਨ ਮਰਿਆਦਾ ਖਤਮ ਕਰਕੇ ਸਿੱਕੇ ਤੇ ਟੰਗ ਕੇ ਇਹਨਾਂ ਲੋਕਾਂ ਨੇ ਕਿਰਪਾਨਾਂ ਵੀ ਚਲਾਈਆਂ ਤੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇੱਕ ਦੂਜੇ ਦੀਆਂ ਦਸਤਾਰਾਂ ਵੀ ਲਾਈਆਂ ਨੇ। ਇਸ ਤੋਂ ਸ਼ਰਮਨਾਕ ਕਾਰਾ ਹੋਰ ਕੀ ਹੋ ਸਕਦਾ ਹੈ ਜੀ। ਤੇ ਜੱਦਰ ਸਾਹਿਬ ਪਤਾ ਨਹੀਂ ਕਿੰਨਾ ਚਿਰ ਆਪਾਂ ਇਸ ਕੁਰਸੀ ਤੇ ਰਹਿਣਾ। ਇਹ ਜਿਨ੍ਹਾਂ ਨੇ ਗੁਰੂ ਦੀ ਹਜ਼ੂਰੀ ਦੇ ਵਿੱਚ ਇਹ ਸਾਰਾ ਕੁਝ ਕੀਤਾ, ਇਹਨਾਂ ਨੂੰ ਬੁਲਾ ਕੇ ਇਹਨਾਂ ਦੇ ਤਨਖਾਹ ਵੀ ਲਾਓ। ਇਹਨਾਂ ਤੇ ਜਦੋਂ ਦਸਤਾਰ ਕਿਸੇ ਦੀ ਉਤਾਰਤੀ, ਦਾੜੀ ਪੱਟੀ ਜਾਵੇ, 295 ਇਹਦਾ ਪਰਚਾ ਵੀ ਦਰਜ ਹੁੰਦਾ ਹੈ ਜੀ। ਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਤੇ ਭਾਰਤ ਭੂਸ਼ਣ ਆਸ਼ੂ ਦੇ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਕੀਤੀ ਗਈ ਕੱਲ ਰਾਜਾ ਵੜਿੰਗ ਸਾਹਿਬ ਪਟਿਆਲੇ ਦੀ ਜੇਲ੍ਹ ਦੇ ਵਿੱਚ ਗਏ ਜੀ। ਜਦੋਂ ਗਏ ਸਨ ਤਾਂ ਉਹਨਾਂ ਨੂੰ ਨਵਜੋਤ ਸਿੰਘ ਸਿੱਧੂ ਡਿਊਟੀ 'ਚ ਹੀ ਮਿਲ ਗਿਆ ਜੀ। ਉਹਨਾਂ ਦੇ ਨਾਲ 5-7 ਮਿੰਟ ਉਹ ਸ਼ਾਇਦ ਕਿਸੇ ਹੋਰ ਦੇ ਨਾਲ ਮੁਲਾਕਾਤ ਕਰਨ ਵਾਸਤੇ ਆਏ ਸੀ ਜੀ।
ਫਿਰ ਕਹਿੰਦੇ ਉਸ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਦੇ ਨਾਲ ਘੰਟੇ ਦੇ ਲਗਭਗ 40-50 ਮਿੰਟ ਘੰਟੇ ਤੱਕ ਮੁਲਾਕਾਤ ਹੋਈ ਹੈ। ਸੋ ਉਮੀਦ ਰੱਖਣੀ ਚਾਹੀਦੀ ਹੈ ਕਿ ਕਿਉਂਕਿ ਜਦੋਂ ਕੋਈ ਬੰਦਾ ਅੰਦਰ ਜਾਂਦਾ, ਭਾਰਤ ਭੂਸ਼ਣ ਆਸ਼ੂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਘੱਟ ਨਹੀਂ ਰਹੀਆਂ ਜੀ, ਪਰ ਕਾਂਗਰਸ ਦਾ ਜਿਹੜਾ ਸੂਬਾ ਪ੍ਰਧਾਨ ਹੋਵੇ ਉਸ ਵੇਲੇ ਰਾਜਸੀ ਆਗੂ ਜੇ ਨਾਲ ਨਹੀਂ ਖੜਨਗੇ। ਇਸ ਤੋਂ ਪਹਿਲਾਂ ਉਦਾਹਰਨ ਹੈ ਸਾਧੂ ਸਿੰਘ ਧਰਮਸੋਤ ਦੀ। ਹੋ ਸਕਦਾ ਇਸ ਕਰਕੇ ਸਮੱਸਿਆ ਹੋਵੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖੜਾ ਹੈ। ਮੈਨੂੰ ਲੱਗਦਾ ਕਿਤੇ ਇਹ ਨਾ ਹੋਵੇ ਕਿ ਕੱਲ ਨੂੰ ਪਰਸੋਂ ਨੂੰ ਸਾਧੂ ਸਿੰਘ ਧਰਮਸੋਤ ਵੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਭਾਜਪਾ ਵਾਲਾ ਸਰੋਪਾ ਪਵਾ ਕੇ ਆ ਜਾਵੇ ਜੀ, ਤੇ ਫਿਰ ਉਹਨੂੰ ਹੱਥ ਪਾਉਣਾ ਅਗਲੇ ਸਮੇਂ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਨੂੰ ਥੋੜਾ ਜਿਹਾ ਕਠਿਨ ਹੋ ਜਾਏਗਾ ਜੀ। ਹਾਂਜੀ, ਤੇ ਡਾਕਟਰ ਸਾਹਿਬ ਲੱਗਦਾ ਕਿਤੇ ਬੀਜੇਪੀ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਪੰਜਾਬ ਦੇ ਵਿੱਚ 2024 ਦੇ ਵਿੱਚ ਜਿਹੜੀ ਦੂਜੀਆਂ ਪਾਰਟੀਆਂ ਨੂੰ ਟੱਕਰ ਦੇਣ 'ਚ ਕਾਮਯਾਬ ਹੋਏਗੀ? ਮਨਦੀਪ, ਜਦੋਂ ਤੁਹਾਡੇ ਕੋਲ ਸਾਰਾ ਕੁਝ ਹੋਵੇ ਜੀ, ਤੋਂ ਉਦੋਂ ਕੱਖ ਨਾ ਹੋਇਆ। ਬਿਲਕੁਲ ਜੀ, 28 ਬੰਦੇ ਖੜੇ ਕੀਤੇ, 27 ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ, ਇਕੱਲੀ ਅਮਰਿੰਦਰ ਸਿੰਘ ਦੀ ਉਹ ਬਚੀ ਹੈ। ਜੀ, ਅਜਿਹੀ ਸਥਿਤੀ ਦੇ ਵਿੱਚ ਜੇ ਤੁਸੀਂ ਕਹੋ ਕਿ ਉਮਰ ਦੇ ਆਖਰੀ ਪੜਾਅ ਦੇ ਵਿੱਚ ਉਹਨਾਂ ਦੀ ਉਮਰ ਬਹੁਤ ਵੱਡੀ ਹੋਵੇ, ਪਰ ਜਦੋਂ ਬੰਦਾ 75 ਸਾਲ ਪਾਰ ਕਰ ਜਾਂਦਾ ਤਾਂ ਆਮ ਕਿਹਾ ਜਾਂਦਾ ਕਿ ਇਹ ਬੋਨਸ ਲਾਈਫ ਹੈ। ਜੀ, ਜਦੋਂ ਬੰਦੇ ਉੱਥੋਂ ਤੱਕ ਪਹੁੰਚ ਜਾਣ ਨਾ, ਉਦੋਂ ਨਾ ਤਾਂ ਤੋਰਾ ਫੇਰਾ ਬਹੁਤਾ ਹੋ ਸਕਦਾ ਹੈ। ਜੀ, ਕੈਪਟਨ ਸਾਹਿਬ ਨੇ ਕਾਂਗਰਸ, ਅਕਾਲੀ, ਫਿਰ ਕਾਂਗਰਸ, ਹੁਣ ਬੀਜੇਪੀ, ਇਹ ਕਈ ਪਲਟੀਆਂ ਮਾਰੀਆਂ ਨੇ, ਤੇ ਜੇ ਉਹਨਾਂ ਦੇ ਪੱਲੇ ਕੁਝ ਹੁੰਦਾ ਲੱਗਦਾ ਸੀ ਕਿ ਬੜਾ ਘਾਟਾ ਪਾ ਦੇਣਗੇ, ਪਰ ਹੁਣ ਲੱਗਦਾ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਦੇ ਜਾਣ ਨਾਲ ਕੋਈ ਬਹੁਤਾ ਵੱਡਾ ਘਾਟਾ ਪਵੇਗਾ। ਸੋ ਦੇਖਦੇ ਹਾਂ ਕਿਹੜੇ ਹੋਰ ਆਗੂ ਜਾਂਦੇ ਨੇ, ਕਿੰਨਾ ਕੁ ਇਕੱਠ-ਬੱਠ ਹੁੰਦਾ ਹੈ, ਜੀ, ਜਿਹਦੀ ਉਮੀਦ ਕੋਈ ਬਹੁਤੀ ਲੰਬੀ ਚੌੜੀ ਰੱਖੀ ਜਾ ਨਹੀਂ ਸਕਦੀ। ਤੇ ਢਿੱਲੋਂ ਸਾਹਿਬ ਅੰਦਰ ਖਾਤੇ ਬੀਜੇਪੀ ਦੇ ਜਿਹੜੇ ਪੁਰਾਣੇ ਲੀਡਰ ਨੇ ਉਹ ਹਾਂ। ਕਿਹਾ ਜਾ ਰਿਹਾ ਕੈਪਟਨ ਤੋਂ ਨਾਰਾਜ਼ ਵੀ ਨੇ। ਨਹੀਂ, ਇਕੱਲੇ ਕੈਪਟਨ ਤੋਂ ਕਿਉਂ, ਆਪਦੀ ਹਾਈ ਕਮਾਂਡ ਤੋਂ ਵੀ ਨਾਰਾਜ਼ ਨੇ। ਜੀ, ਜਿਹੜੇ ਬੰਦੇ, ਇਹੀ ਗੱਲ ਤਾਂ ਆਮ ਆਦਮੀ 'ਚ ਹੋਇਆ। ਜੀ, ਆਮ ਆਦਮੀ ਪਾਰਟੀ ਲਈ ਜਿਹੜੇ 14 ਤੋਂ ਲੈ ਕੇ ਹੁਣ ਤੱਕ ਲੜਦੇ ਰਹੇ, 22 ਤੱਕ, ਉਹਨਾਂ ਨੂੰ ਛੱਡ ਕੇ ਲਿਆ ਕੇ ਦੂਜੀਆਂ ਪਾਰਟੀਆਂ 'ਚੋਂ ਤੁਸੀਂ ਬੰਦਿਆਂ ਨੂੰ ਟਿਕਟਾਂ ਦੇਤੀਆਂ। ਟਿਕਟਾਂ ਦੇ ਤੇ ਜਿਹੜੇ ਬੰਦੇ ਹੁਣ ਤੱਕ ਮਾੜੇ ਸਮੇਂ ਦੇ ਵਿੱਚ, ਜਦੋਂ ਬਹੁਤ ਮਾੜਾ ਸਮਾਂ ਸੀ, ਖੜਕੂਬਾਦ ਦਾ ਸਮਾਂ ਸੀ, ਜੀ, ਉਦੋਂ ਵੀ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦਾ ਸਾਥ ਨਹੀਂ ਛੱਡਿਆ, ਭਾਰਤੀ ਜਨਤਾ ਪਾਰਟੀ ਦਾ ਝੰਡਾ ਚੱਕਿਆ ਰਿਹਾ। ਜੀ, ਤੇ ਅੱਜ ਤੁਸੀਂ ਦੂਜਿਆਂ ਨੂੰ ਲਿਆ ਕੇ ਵੱਡੀਆਂ ਕੁਰਸੀਆਂ ਤੇ ਬਿਠਾਓਗੇ ਤਾਂ ਸੁਭਾਵਿਕ ਹੈ, ਨਿਰਾਸ਼ਤਾ ਤਾਂ ਆਪਣੇ ਵਾਲੇ 'ਚ ਆਉਣੀ ਹੈ। ਜੀ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਆਪਾਂ ਹਰਜੀਤ ਗਰੇਵਾਲ ਹੋਰਾਂ ਦੇ ਨਾਲ ਗੱਲਬਾਤ ਕੀਤੀ ਗਈ ਸੀ ਤਾਂ ਉਹਨਾਂ ਨੇ ਇਹੀ ਕਿਹਾ ਸੀ, ਕਹਿੰਦੇ ਸੀ ਕੈਪਟਨ ਅਮਰਿੰਦਰ ਸਿੰਘ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਕਿਸਾਨੀ ਅੰਦੋਲਨ ਦੌਰਾਨ ਸਾਡੇ ਵਰਕਰਾਂ ਨੂੰ ਕੁੱਟਿਆ ਸੀ। ਮੈਂ ਉਹੀ ਤਾਂ ਕਹਿ ਰਿਹਾ ਨਾ, ਇਹਨੂੰ ਦਿੱਤਾ ਕੀ ਹੈ ਜੀ, ਹਰਜੀਤ ਗਰੇਵਾਲ ਨੂੰ? ਸਿਰਫ ਇੱਕ ਬੁਲਾਰਾ। ਜੀ, ਪੁਰਾਣੇ ਜ਼ਮਾਨੇ ਦੇ ਵਿੱਚ ਕੋਈ ਹੋਰ ਸ਼ਬਦ ਕਿਹਾ ਜਾਂਦਾ ਸੀ। ਸੋ ਉਹਦੀ ਥਾਂ ਤੇ ਇਕਬਾਲ ਸਿੰਘ ਲਾਲਪੁਰਾ, ਇੱਕ ਪੁਲਿਸ ਦੇ ਸੀਨੀਅਰ ਅਧਿਕਾਰੀ ਸੇਵਾ ਮੁਕਤ ਹੋਏ, ਜੀ, ਉਹਨਾਂ ਨੂੰ ਲਿਜਾ ਕੇ ਉੱਥੇ ਸੈਂਟਰ ਦੇ ਵਿੱਚ ਕੇਂਦਰੀ ਜਿਹੜਾ ਘੱਟ ਗਿਣਤੀ ਕਮਿਸ਼ਨ ਹੈ ਉਹਦਾ ਚੇਅਰਮੈਨ ਲਾ ਦਿੱਤਾ ਗਿਆ। ਜੀ, ਉਹਨਾਂ ਨੂੰ ਜਿਹੜਾ ਇਹਨਾਂ ਦਾ ਪਾਰਟੀ ਦਾ ਬੋਰਡ ਹੈ, ਭਾਰਤੀ ਜਨਤਾ ਪਾਰਟੀ ਦਾ ਸੰਸਦੀ ਬੋਰਡ ਹੈ, ਉਹਦੇ ਵਿੱਚ ਵੀ ਉਹਨਾਂ ਨੂੰ ਮੈਂਬਰ ਲੈ ਲਿਆ ਗਿਆ। ਜੀ, ਹਾਲਾਂਕਿ ਗਡਕਰੀ ਸਾਹਿਬ ਉਹਦੇ ਵਿੱਚੋਂ ਕੱਢ ਦਿੱਤੇ ਗਏ ਨੇ। ਪਾਰਟੀ 'ਚ ਉਤਾਰ ਚੜਾਅ ਹੁੰਦਾ, ਪਾਰਟੀ ਦੇਖਦੀ ਹੈ ਕਿ ਇਹਦੇ ਪੱਲੇ ਕੀ ਹੈ, ਤੇ ਜੇ ਇਹ ਹੋਵੇ ਕਿ ਇਹਨੇ ਤਾਂ ਚੱਕ ਕੇ ਬਗਲੀ ਜੀ, ਸਾਡੇ ਲਈ ਹੀ ਚੀਜ਼ਾਂ ਮੰਗਦੀਆਂ ਰਹਿੰਦੀਆਂ ਨੇ, ਜੀ। ਉਹ ਜਿਹਾ ਨੂੰ ਕੋਈ ਫਿਰ ਬਹੁਤਾ ਸਿਆਣਦਾ ਨਹੀਂ ਹੁੰਦਾ। ਜੀ, ਕਿਉਂਕਿ ਕਿਸਾਨੀ ਅੰਦੋਲਨ ਦੌਰਾਨ ਹਰਜੀਤ ਸਿੰਘ ਗਰੇਵਾਲ ਸਭ ਤੋਂ ਜ਼ਿਆਦਾ ਕਿਸਾਨਾਂ ਦੇ ਵਿਰੋਧ ਤੇ ਰਹੇ। ਕੋਈ ਸ਼ੱਕ ਨਹੀਂ, ਜੀ, ਹਰਜੀਤ ਗਰੇਵਾਲ ਨੇ ਬਹੁਤ ਸਾਰੇ ਵਿਰੋਧ ਸਹੇ ਨੇ, ਜੀ, ਪਰ ਪਾਰਟੀ ਨੇ ਉਹਨਾਂ ਦਾ ਮੁੱਲ ਕਿਉਂ ਨਹੀਂ ਪਾਇਆ, ਇਹ ਤਾਂ ਪਾਰਟੀ ਦੱਸ ਸਕਦੀ ਹੈ ਜਾਂ ਹਰਜੀਤ ਸਿੰਘ ਗਰੇਵਾਲ ਦੱਸ ਸਕਦਾ ਹੈ। ਜੀ, ਤੇ ਢਿੱਲੋਂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਤੇ ਕੱਲ ਫਿਰ ਮਿਲਦੇ ਹਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ। ਧੰਨਵਾਦ।